ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਤੀ ਨੀਵੀਂ ਹੋਏ, ਚਰਨ ਚਿਤ ਲਾਇਆ। ਚਰਨ ਕਵਲ ਰਸ ਭੋਏ, ਆਪ ਗਵਾਇਆ। ਚਰਨ ਰੇਣ ਤਿਹੁ ਲੋਏ, ਇਛ ਇਛਾਇਆ। ਧੀਰਜ ਧਰਮ ਸਮੋਏ, ਸੰਤੋਖ ਸਮਾਇਆ। ਜੀਵਨ ਜੁਗਤ ਪਰੋਏ, ਰਿਜਕ ਪੁਜਾਇਆ। ਮੰਨੈ ਹੁਕਮ ਰਜਾਏ, ਗੁਰਮੁਖ ਜਾਇਆ। ਮੰਨੈ ਹੁਕਮ ਰਜਾਏ, ਗੁਰਮੁਖ ਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜ਼ਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ 'ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਵਿਚਾਰ ਆਪ ਜੀ ਨੇਤਾ ਪ੍ਰਤੀ ਸਰਵਣ ਕਰਦੇ ਹੋ। 14ਵੀਂ ਵਾਰ ਦੇ ਵਿੱਚੋਂ 6ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਧਰਤੀ ਦੀ ਧੀਰਜਤਾ ਨੂੰ, ਉਹਦੇ ਗੁਣਾਂ ਨੂੰ ਦੱਸਦਿਆਂ ਹੋਇਆਂ ਗੁਰਮੁਖਾਂ ਦੀ ਸਿਫਤ ਕਰਦੇ ਹੈ ਕਿ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਹਨ, ਉਹਨਾਂ ਦੇ ਅੰਦਰ ਵੀ ਧੀਰਜ ਵਰਗੀ, ਧਰਤੀ ਵਰਗੀ ਧੀਰਜਤਾ ਹੁੰਦੀ ਹੈ ਔਰ ਸਦਾ ਹੀ ਰੱਬੀ ਭਾਣੇ ਦੇ ਵਿੱਚ ਗੁਰਮੁਖ ਪਿਆਰੇ ਰਹਿੰਦੇ ਹੈ। ਮਾਲਕ ਦੀ ਬੰਦਗੀ ਕਰਦਿਆਂ ਸਬਰ ਸੰਤੋਖ ਵਾਲਾ ਜੀਵਨ ਜਿਉਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਸਾਹਿਬ ਬਾਣੀ ਵਿੱਚ ਵੀ ਬਚਨ ਕਰਦੇ ਹੈ, ਧਰਤੀ ਦੁਖ ਸਹੈ ਸੋਖੈ ਅਗਨ ਭਖੈ, ਅਗਨ ਰਸ ਸੋਖੈ ਮਰੀਐ ਧੋਖੈ, ਭੀਸੋ ਕਿਰਤ ਨਾ ਹਾਰੇ। ਬਹੁਤ ਦੁੱਖ ਸਹਾਰਦੀ ਹੈ ਇਹ ਧਰਤੀ, ਪਰ ਆਪਣੀ ਧੀਰਜਤਾ ਸਬਰ ਸੰਤੋਖ ਨੂੰ ਕਦੇ ਵੀ ਨਹੀਂ ਛੱਡਦੀ। ਔਰ ਬਾਬਾ ਕਬੀਰ ਸਾਹਿਬ ਜੀ ਦਾ ਵੀ ਬਚਨ ਹੈ, ਕਬੀਰ ਧਰਤੀ ਸਾਧਕੀ ਤਸਕਰ ਬੈਸਹਿ ਗਾਹੇ, ਧਰਤੀ ਭਾਰ ਨ ਵਿਆਪਈ ਉਨ ਕਉ ਲਾਹੂ ਲਾਹੇ। ਕਿੰਨਾ ਭਾਰ ਹੈ ਧਰਤੀ 'ਤੇ, ਪਰ ਉਹ ਭਾਰ ਉਹਨੂੰ ਵਿਆਪਦਾ ਨਹੀਂ ਹੈ। ਬੜਾ ਧੀਰਜ ਹੈ ਧਰਤੀ ਦੇ ਵਿੱਚ, ਬੜਾ ਵੱਡਾ ਜਿਗਰਾ ਹੈ ਇਸ ਦਾ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਇੱਥੇ ਧਰਤੀ ਦੀ ਧੀਰਜਤਾ ਨੂੰ ਦੱਸਦਿਆਂ ਗੁਰਮੁਖਾਂ ਦੀ ਉੱਤਮਤਾ, ਉਹਨਾਂ ਦੇ ਜੋ ਵਿੱਚ ਗੁਣ ਹੁੰਦੇ ਆ, ਉਹਦਾ ਜ਼ਿਕਰ ਕਰ ਰਹੇ ਹਨ।
ਵਾਹਿਗੁਰੂ ਜੀ। ਧਰਤੀ ਨੀਵੀਂ ਹੋਏ, ਚਰਨ ਚਿਤ ਲਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਧਰਤੀ ਹੈ ਨਾ, ਇਹਨੇ ਨੀਵੀਂ ਹੋ ਕੇ, ਸਭ ਤੋਂ ਨੀਵੀਂ ਹੈ, ਸਾਰਿਆਂ ਦੇ ਪੈਰਾਂ ਹੇਠ ਹੈ। ਇਸ ਧਰਤੀ ਨੇ ਨੀਵੀਂ ਹੋ ਕੇ, ਭਾਵ ਨਿਮਰਤਾ ਧਾਰ ਕੇ, ਚਰਨ ਚਿਤ ਲਾਇਆ। ਸਾਰਿਆਂ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਜੋੜਿਆ ਹੈ। ਭਾਵ ਇਹ ਹੈ ਕਿ ਹਰੇਕ ਜੀਵ ਜਿਹੜਾ ਹੈ, ਊਚ ਨੀਚ ਸਾਰਿਆਂ ਦੇ ਪੈਰਾਂ ਹੇਠ ਰਹਿੰਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਹੈ, ਉਹ ਵੀ ਧਰਤੀ ਵਰਗੇ ਨੀਵੇਂ ਹੋ ਕੇ ਰਹਿੰਦੇ ਹੈ, ਨਿਮਰਤਾ ਧਾਰਨ ਕਰਕੇ ਰਹਿੰਦੇ ਹੈ। ਹਰੇਕ ਦੇ ਚਰਨਾਂ ਨਾਲ ਚਿੱਤ ਨੂੰ ਜੋੜ ਕੇ ਰੱਖਦੇ ਹੈ, ਭਾਵ ਅਤ ਦੀ ਨਿਮਰਤਾ ਗੁਰਮੁਖ ਪਿਆਰੇ ਧਾਰਨ ਕਰਦੇ ਹੈ। ਔਰ ਨਿਮਰਤਾ ਇਹ ਉਹਨਾਂ ਦਾ ਵੱਡਾ ਗੁਣ ਹੈ। ਨਿਮਰਤਾ ਦੇ ਨਾਲ ਹੀ ਉਹ ਵੱਡੀਆਂ ਉੱਚੀਆਂ ਪਦਵੀਆਂ 'ਤੇ ਪਹੁੰਚ ਜਾਂਦੇ ਹੈ। ਸਤਿਗੁਰੂ ਜੀ ਬਾਣੀ ਵਿੱਚ ਵੀ ਰਹਿਮਤ ਕਰਦੇ ਹੈ ਕਿ ਗੁਣਾਂ ਦੇ ਨਾਲ ਭਰਿਆ ਹੋਇਆ, ਭਾਵ ਫਲ ਦੇ ਨਾਲ ਲੱਦਿਆ ਹੋਇਆ ਰੁੱਖ, ਉਹਦੀਆਂ ਟਾਹਣੀਆਂ ਝੁਕ ਜਾਂਦੀਆਂ, ਨੀਵੀਆਂ ਹੋ ਜਾਂਦੀਆਂ ਨੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸੋ ਧਰਤੀ ਜਿਵੇਂ ਨੀਵੀਂ ਹੈ ਨਾ, ਗੁਰਮੁਖ ਪਿਆਰੇ ਇਸ ਤਰ੍ਹਾਂ ਨਿਮਰਤਾ ਧਾਰ ਕੇ ਰਹਿੰਦੇ ਹੈ। ਚਰਨ ਕਵਲ ਰਸ ਭੋਏ, ਆਪ ਗਵਾਇਆ। ਧਰਤੀ ਨੇ ਆਪਾ ਭਾਵ ਗਵਾ ਕੇ, ਸਾਰਿਆਂ ਦੇ ਚਰਨ ਕਵਲਾਂ ਦੇ ਰਸ ਵਿੱਚ ਇਹ ਭਿੱਜੀ ਰਹਿੰਦੀ ਹੈ, ਹਉਮੈ ਨਹੀਂ ਕਰਦੀ। ਧਰਤੀ ਨੇ ਕਦੇ ਹੰਕਾਰ ਕੀਤਾ ਇਸ ਗੱਲ ਦਾ ਵੀ ਮੈਂ ਇੰਨਾ ਭਾਰ ਚੁੱਕਿਆ ਹੋਇਆ ਹੈ, ਮੈਂ ਹੀ ਵੱਡੀ ਹਾਂ ਸਾਰਿਆਂ ਤੋਂ, ਮੇਰੇ ਜਿੰਨਾ ਵੱਡਾ ਤਾਂ ਕੋਈ ਹੈ ਹੀ ਨਹੀਂ, ਮੇਰੇ ਜਿੰਨੇ ਭਾਰ ਨੂੰ ਕੌਣ ਚੁੱਕ ਲਵੇਗਾ। ਕਦੇ ਧਰਤੀ ਨੇ ਹੰਕਾਰ ਨਹੀਂ ਕੀਤਾ। ਸੋ ਆਪਾ ਭਾਵ ਗਵਾ ਕੇ ਸਾਰਿਆਂ ਦੇ ਚਰਨ ਦੇ ਰਸ ਵਿੱਚ ਭਿੱਜੀ ਰਹਿੰਦੀ ਹੈ। ਇਸੇ ਤਰ੍ਹਾਂ ਗੁਰਮੁਖ ਵੀ ਆਪਾ ਭਾਵ ਗਵਾਈ ਰੱਖਦੇ ਹੈ। ਉਹਨਾਂ ਦੇ ਅੰਦਰ ਥੋੜ੍ਹੀ ਜਿੰਨੀ ਵੀ ਹਉਮੈ ਨਹੀਂ ਹੁੰਦੀ। ਚਰਨ ਰੇਣ ਤੇ ਹੋਲੋਏ, ਇੱਛ ਇੱਛਾਇਆ। ਤਿੰਨਾਂ ਲੋਕਾਂ ਦੇ ਚਰਨਾਂ ਦੀ ਰੇਣ ਬਣ ਕੇ, ਚਰਨਾਂ ਦੀ ਧੂੜ ਬਣ ਕੇ ਰਹਿੰਦੀ ਹੈ। ਜਿਸ ਧੂੜੀ ਨੂੰ ਹਰੇਕ ਚਾਹੁੰਦਾ ਹੈ, ਇੱਛਿਆ ਕਰਦਾ ਹੈ ਮੈਨੂੰ ਮਿਲ ਜਾਏ, ਪਰ ਮਿਲਦੀ ਨਹੀਂ, ਪ੍ਰਾਪਤ ਨਹੀਂ ਹੁੰਦੀ। ਪਰ ਧਰਤੀ ਤਿੰਨਾਂ ਹੀ ਲੋਕਾਂ ਦੇ ਜੀਵਾਂ ਦੀ ਚਰਨਾਂ ਦੀ ਰੇਣ ਬਣ ਕੇ, ਖਾਕ ਬਣ ਕੇ ਰਹਿੰਦੀ ਹੈ। ਧੀਰਜ ਧਰਮ ਸਮੋਏ, ਸੰਤੋਖ ਸਮਾਇਆ। ਧੀਰਜ ਅਤੇ ਸੰਤੋਖ ਵਾਲੇ ਧਰਮ ਨੂੰ ਧਾਰ ਕੇ ਰੱਖਦੀ ਹੈ। ਧੀਰਜ ਕਿੱਡਾ ਵੱਡਾ ਹੈ, ਅਤੇ ਫਿਰ ਸਬਰ ਸੰਤੋਖ ਬਹੁਤ ਹੈ ਧਰਤੀ ਦੇ ਵਿੱਚ, ਬਹੁਤ ਸਬਰ ਸੰਤੋਖ। ਸੈਂਕੜੇ ਸਦੀਆਂ ਮੀਂਹ ਨਾ ਪਵੇ ਤਾਂ ਵੀ ਸੰਤੋਖੀ ਹੈ, ਟਿਕੀ ਹੈ, ਆਪਣੇ ਆਪ ਦੇ ਵਿੱਚ ਉਛਾਲ ਨਹੀਂ ਲਿਆਉਂਦੀ। ਧੀਰਜ ਧਰਮ ਸਮੋਏ। ਸੋ ਧਰਤੀ ਦੇ ਵਿੱਚ ਵੱਡਾ ਧਰਮ ਕੀ ਹੈ? ਧੀਰਜ ਹੈ ਇਹਦੇ ਹਿਰਦੇ ਵਿੱਚ, ਧੀਰਜ ਸਮਾਇਆ ਹੋਇਆ ਹੈ। ਸੰਤੋਖ ਸਮਾਇਆ, ਅਤੇ ਸੰਤੋਖ ਸਮਾਇਆ ਹੋਇਆ ਹੈ, ਵੱਡੇ ਸਬਰ ਵਾਲੀ ਹੈ। ਜੀਵਨ ਜੁਗਤ ਪਰੋਏ, ਰਿਜਕ ਪੁਜਾਇਆ। ਫਿਰ ਜੀਵਨ ਜੁਗਤੀ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਿਆ ਧਰਤੀ ਨੇ। ਰਿਜਕ ਪੁਜਾਇਆ, ਹਰੇਕ ਨੂੰ ਰਿਜਕ ਪਦਾਰਥ ਪਹੁੰਚਾਉਂਦੀ ਹੈ। ਸਾਰਾ ਕੁਝ ਧਰਤੀ ਦੇ ਵਿੱਚੋਂ ਹੀ ਤਾਂ ਪੈਦਾ ਹੁੰਦਾ, ਅੰਨ ਪੈਦਾ ਕਰਕੇ ਦਿੰਦੀ ਹੈ, ਹੋਰ ਪਦਾਰਥ ਅਨਾਜ ਪੈਦਾ ਕਰਕੇ ਦਿੰਦੀ ਹੈ। ਧਰਤੀ ਸਾਰਿਆਂ ਦੀ ਭੁੱਖ ਦੂਰ ਕਰਦੀ ਹੈ। ਸਾਰਾ ਕੁਝ ਧਰਤੀ 'ਚੋਂ ਹੀ ਪੈਦਾ ਹੁੰਦਾ ਨਾ। ਹਰੇਕ ਖਾਣ ਵਾਲੀ ਵਸਤੂ ਜੋ ਅਸੀਂ ਖਾਂਦੇ ਹਾਂ, ਫਲ ਉਹ ਵੀ ਧਰਤੀ 'ਚੋਂ ਪੈਦਾ ਹੋਣੇ ਨੇ।
ਦਾਲਾਂ, ਅਨਾਜ, ਆਟਾ ਸਾਰਾ ਕੁਝ ਧਰਤੀ 'ਚੋਂ ਹੀ ਤੇ ਆਉਣਾ ਹੈ। ਅੱਗੇ ਬੰਦੇ ਨੇ ਫਿਰ ਉਹਦੇ ਗਾਂਹ ਦਾ ਗਾਂਹ ਕਈ ਕੁਝ ਬਣਾ ਲਿਆ, ਪਰ ਉਹ ਮੂਲ ਤਾਂ ਸਾਰਾ ਕੁਝ ਧਰਤੀ ਤੋਂ ਹੀ ਆਉਣਾ ਹੈ। ਸੋ ਇਸ ਲਈ ਸਾਰਿਆਂ ਨੂੰ ਇਹ ਰਿਜ਼ਕ ਪਹੁੰਚਾਉਂਦੀ ਹੈ ਧਰਤੀ। ਮੰਨੈ ਹੁਕਮ ਰਜਾਏ, ਗੁਰਮੁਖ ਜਾਇਆ। ਤੇ ਜਿਹੜਾ ਰਜਾ ਦਾ ਮਾਲਕ ਹੈ ਨਾ ਪਰਮੇਸ਼ਰ, ਉਹਦੇ ਹੁਕਮ ਨੂੰ ਮੰਨਦੀ ਹੈ। ਤੇ ਧਰਤੀ ਵਰਗੇ ਗੁਣਾਂ ਨੂੰ ਧਾਰਨ ਵਾਲੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਇਸ ਧਰਤੀ ਦੇ ਵਿੱਚ ਜਾਇਆਦਾਰ ਜਨਮੇ ਹਨ। ਧੰਨ ਹਨ ਉਹਨਾਂ ਗੁਰਮੁਖਾਂ ਦੇ ਭਾਗ ਜਿਨ੍ਹਾਂ ਦੇ ਜੀਵਨ ਦੇ ਵਿੱਚ ਧਰਤੀ ਵਰਗੇ ਗੁਣ ਹਨ। ਧਰਤੀ ਦੀ ਤਰ੍ਹਾਂ ਨਿਮਰਤਾ ਭਾਵ ਵਾਲੇ ਗੁਰਮੁਖ ਪਿਆਰੇ ਹੁੰਦੇ ਹੈ, ਮਾਇਆ ਨੂੰ ਜਿੱਤ ਲੈਂਦੇ ਹੈ, ਆਤਮਿਕ ਜੀਵਨ ਵਾਲੇ ਹੁੰਦੇ ਹੈ, ਉਹ ਸੰਸਾਰ ਵਿੱਚ ਜਨਮੇ ਹੋਏ ਧੰਨ ਹਨ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਨੇ ਬਾਣੀ ਵਿੱਚ ਵੀ ਧਰਤੀ ਦੇ ਗੁਣ ਦੱਸੇ ਹੈ। ਚੰਦਨ ਅਗਰ ਕਪੂਰ ਲੇਪਨ, ਤਿਸ ਸੰਗੇ ਨਹੀਂ ਪ੍ਰੀਤ। ਕਹਿੰਦੇ ਵੇਖੋ ਧਰਤੀ ਦਾ ਗੁਣ ਹੈ, ਕੋਈ ਚੰਦਨ ਦਾ, ਅਗਰ ਦਾ, ਕਪੂਰ ਦਾ ਲੇਪ ਕਰੇ ਤੇ ਉਹਦੇ ਨਾਲ ਕੋਈ ਪ੍ਰੀਤੀ ਨਹੀਂ ਕਰਦੀ ਧਰਤੀ, ਉਹਦੇ 'ਤੇ ਬਹੁਤਾ ਪ੍ਰਸੰਨ ਨਹੀਂ ਹੁੰਦੀ। ਵਿਸ਼ਟਾ ਮੂਤਰ ਖੋਦ ਤਿਲ ਤਿਲ, ਮਨ ਨਾ ਮੰਨੀ ਵਿਪਰੀਤ। ਤੇ ਜੇ ਕੋਈ ਮਲ ਮੂਤਰ ਸੁੱਟੇ ਧਰਤੀ 'ਤੇ, ਤਿਲ ਤਿਲ ਕਰ ਦਵੇ ਧਰਤੀ ਨੂੰ, ਭਾਵ ਛੋਟੀ ਛੋਟੀ ਕਰਕੇ ਗੋਡੇ, ਮਨ ਨਾ ਮੰਨੀ ਵਿਪਰੀਤ। ਪਰ ਮਨ ਵਿੱਚ ਉਹਦਾ ਵਿਰੋਧ ਨਹੀਂ ਕਰਦੀ, ਰੋਸਾ ਨਹੀਂ ਕਰਦੀ, ਗੁੱਸਾ ਨਹੀਂ ਕਰਦੀ। ਇੱਕ ਪਾਸੇ ਕੋਈ ਚੰਦਨ ਦਾ ਲੇਪ ਕਰ ਰਿਹਾ ਹੈ, ਕਪੂਰ ਦਾ ਲੇਪ ਕਰ ਰਿਹਾ, ਉਹਦੇ 'ਤੇ ਪ੍ਰਸੰਨ ਨਹੀਂ ਹੈ। ਦੂਜੇ ਪਾਸੇ ਮਲ ਮੂਤਰ ਕੋਈ ਸੁੱਟ ਰਿਹਾ, ਉਹਦੇ 'ਤੇ ਕੋਈ ਗੁੱਸਾ ਨਹੀਂ ਕਰਦੀ। ਇੱਕੋ ਜਿਹਾ ਇੱਕ ਰਸ ਸੁਭਾਅ ਹੈ। ਗੁਰਮੁਖਾਂ ਦਾ ਸੁਭਾਅ ਵੀ ਨਾਮ ਰਸੀਆਂ ਦਾ ਧਰਤੀ ਵਰਗਾ ਹੁੰਦਾ ਹੈ, ਔਰ ਧਰਤੀ ਵਰਗੇ ਸੁਭਾਅ ਕਰਕੇ ਹੀ ਉਹ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੁੰਦੇ ਹੈ। ਕਿਉਂਕਿ ਗੁਰਮੁਖਾਂ ਨੂੰ ਵੀ ਦੁੱਖ ਦੇਣ ਵਾਲੇ ਬਹੁਤ ਹੁੰਦੇ ਹੈ, ਔਰ ਸਿਫਤਾਂ ਕਰਨ ਵਾਲੇ ਵੀ ਬਥੇਰੇ ਹੁੰਦੇ ਹੈ। ਪਰ ਗੁਰਮੁਖ ਪਿਆਰੇ ਹੁੰਦੀਆਂ ਹੋਈਆਂ ਸਿਫਤਾਂ ਨੂੰ ਵੇਖ ਕੇ ਕਦੇ ਉਹ ਹਉਮੈ ਵਿੱਚ ਨਹੀਂ ਆਉਂਦੇ। ਔਰ ਜੇ ਕੋਈ ਦੁੱਖ ਦੇ ਰਿਹਾ ਜਾਂ ਭੈੜੇ ਬੋਲ ਕਹਿ ਰਿਹਾ, ਉਹਦੀ ਪਰਵਾਹ ਨਹੀਂ ਕਰਦੇ। ਨਾ ਪ੍ਰਸੰਨਤਾ ਹੈ, ਨਾ ਗਮੀ ਹੈ, ਇੱਕ ਰਸ ਬਿਰਤੀ ਹੈ। ਧਰਤੀ ਵਰਗਾ ਧੀਰਜ ਧਰਮ ਹੈ, ਸੰਤੋਖ ਹੈ ਉਹਨਾਂ ਦੇ ਅੰਦਰ। ਧਰਤੀ ਵਰਗੇ ਗੁਣਾਂ ਨੂੰ ਧਾਰ ਕੇ ਗੁਰਮੁਖ ਪਿਆਰੇ ਪ੍ਰਭੂ ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਹੈ। ਸੋ ਐਸੀ ਅਵਸਥਾ ਹੁੰਦੀ ਹੈ ਗੁਰਮੁਖਾਂ ਦੀ। ਹੁਣ ਇਸ ਤੋਂ ਅੱਗੇ 7ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਪਾਣੀ ਦੇ ਪਰਉਪਕਾਰ ਦਾ ਜ਼ਿਕਰ ਕੀਤਾ ਹੈ। ਗੁਰਸਿੱਖਾਂ ਨੇ ਪੁੱਛਿਆ ਭਾਈ ਗੁਰਦਾਸ ਜੀ ਨੂੰ, ਭਾਈ ਗੁਰਦਾਸ ਸਾਹਿਬ ਜੀ, ਧਰਤੀ ਬਹੁਤ ਵੱਡੀ ਹੈ, ਔਰ ਅਸੀਂ ਵੇਖਦੇ ਹਾਂ ਧਰਤੀ ਦੇ ਵਿੱਚ ਵੀ ਪਾਣੀ ਹੈ, ਧਰਤੀ ਦੇ ਆਲੇ ਦੁਆਲੇ ਵੀ ਪਾਣੀ ਹੈ। ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਧਰਤੀ ਤੋਂ ਗੁਣ ਤਾਂ ਸਿੱਖਦੇ ਹੀ ਸਿੱਖਦੇ ਹੈ। ਕੀ ਉਹ ਗੁਰਮੁਖ ਪਾਣੀ ਤੋਂ ਵੀ ਗੁਣ ਸਿੱਖਦੇ ਹੈ, ਪਾਣੀ ਤੋਂ ਵੀ ਸਿੱਖਿਆ ਲੈਂਦੇ ਹੈ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਾਂ, ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਪਾਣੀ ਤਾਂ ਜੀਵਨ ਹੈ, ਸਾਰੇ ਹਰੇ ਭਰੇ ਹੁੰਦੇ ਇਸ ਪਾਣੀ ਦੇ ਨਾਲ। ਪਾਣੀ ਜੀਵਨ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਹੈ ਨਾ, ਉਹ ਜਗਿਆਸੂਆਂ ਨੂੰ ਜੀਵਨ ਦਿੰਦੇ ਹੈ, ਜੀਵਨ ਦਾਨ ਦਿੰਦੇ ਹੈ, ਨਵੀਂ ਜ਼ਿੰਦਗੀ ਦਿੰਦੇ ਹੈ, ਪ੍ਰੇਮਾ ਭਗਤੀ ਕਰਵਾਉਂਦੇ ਹੈ। ਸੋ ਪਾਣੀ ਤੋਂ ਸਿੱਖਿਆ ਲੈਂਦੇ ਆ ਗੁਰਮੁਖ ਪਿਆਰੇ। ਮੈਂ ਪੌੜੀ ਵਿੱਚ ਤੁਹਾਨੂੰ ਦੱਸਦਾ ਤਾਂ ਭਾਈ ਗੁਰਦਾਸ ਜੀ ਇਹ ਪੌੜੀ ਉਚਾਰਦੇ ਹੈ। ਪਾਣੀ ਧਰਤੀ ਵਿੱਚ, ਧਰਤ ਵਿੱਚ ਪਾਣੀ ਹੈ। ਭਾਈ ਸਾਹਿਬ ਜੀ ਕਹਿੰਦੇ ਵੇਖੋ, ਪਾਣੀ ਧਰਤੀ ਵਿੱਚ, ਇਹ ਜਿਹੜੀ ਧਰਤੀ ਹੈ ਨਾ, ਇਸ ਧਰਤੀ ਦੇ ਵਿੱਚ ਪਾਣੀ ਹੈ।
ਕਿਤੇ ਉੱਚਾ ਹੈ ਕਿਤੇ ਨੀਵਾਂ ਹੈ, ਪਰ ਪਾਣੀ ਹੈ ਧਰਤੀ ਦੇ ਵਿੱਚ। ਧਰਤ ਵਿੱਚ ਪਾਣੀ ਹੈ, ਧਰਤੀ ਦੇ ਵਿੱਚ ਪਾਣੀ ਹੈ, ਅਤੇ ਪਾਣੀ ਦੇ ਵਿੱਚ ਧਰਤੀ ਟਿਕੀ ਹੋਈ ਹੈ। ਫਿਰ ਸਮਝਿਓ, ਪਾਣੀ ਜਿਹੜਾ ਉਹ ਧਰਤੀ ਦੇ ਵਿੱਚ ਹੈ ਅਤੇ ਧਰਤੀ ਪਾਣੀ ਦੇ ਵਿੱਚ ਟਿਕੀ ਹੋਈ ਹੈ। ਭਾਈ ਗੁਰਦਾਸ ਜੀ ਕਹਿੰਦੇ ਪਾਣੀ ਅਤੇ ਧਰਤੀ ਇਹ ਦੋਵੇਂ ਇਕੱਠੇ ਰਹਿ ਕੇ ਧਰਮ ਪਾਲਦੇ ਹੈ। ਪਾਣੀ ਆਪ ਸੀਤਲ ਸੁਭਾਅ ਵਾਲਾ ਹੈ, ਧਰਤੀ ਵੀ ਬਹੁਤ ਧੀਰਜ ਵਾਲੀ ਹੈ। ਗੁਰਮੁਖ ਪਿਆਰੇ ਇਸੇ ਤਰ੍ਹਾਂ ਜਿੱਥੇ ਧਰਤੀ ਦੇ ਗੁਣਾਂ ਨੂੰ ਧਾਰਨ ਕਰਦੇ ਹੈ, ਪਾਣੀ ਦਾ ਜਿਵੇਂ ਸੁਭਾਅ ਸੀਤਲ ਹੈ, ਠੰਡਾ ਹੈ, ਉਸੇ ਤਰ੍ਹਾਂ ਗੁਰਮੁਖ ਪਿਆਰੇ ਵੀ ਪਾਣੀ ਵਾਂਗ ਸ਼ੀਤਲ ਸੁਭਾਅ ਨੂੰ ਧਾਰਨ ਕਰਕੇ ਰੱਖਦੇ ਹੈ। ਨੀਚਹੁ ਨੀਚ ਨਾ ਹਿਚ ਨਿਰਮਲ ਜਾਣੀਐ। ਪਾਣੀ ਜਿਹੜਾ ਨਾ ਇਹ ਤਰਲ ਪਦਾਰਥ ਹੈ, ਅਤੇ ਤਰਲ ਪਦਾਰਥ ਹੋਣ ਕੇ ਨੀਚਹੁ ਨੀਚ ਨਾ ਹਿਚ, ਇਹ ਨਾ ਨੀਵੀਂ ਥਾਂ ਵੱਲ ਵਗਦਾ ਹੈ, ਨੀਵੇਂ ਵਾਲੇ ਪਾਸੇ ਵਹਿੰਦਾ ਹੈ, ਨਾ ਹਿਚ, ਅਤੇ ਕੋਈ ਇਹ ਅੜੀ ਨਹੀਂ ਕਰਦਾ। ਪਾਣੀ ਨੀਵੇਂ ਵਾਲੇ ਪਾਸੇ ਜਾਣ ਨੂੰ ਕੋਈ ਅੜੀ ਨਹੀਂ ਕਰਦਾ। ਇਹ ਨਹੀਂ ਕਹਿੰਦਾ ਵੀ ਮੈਂ ਨੀਵੇਂ ਵਾਲੇ ਪਾਸੇ ਨਹੀਂ ਜਾਣਾ, ਔਰ ਝਿਜਕਦਾ ਨਹੀਂ ਨੀਵੇਂ ਵਾਲੇ ਪਾਸੇ ਜਾਣ ਨੂੰ। ਨਿਰਮਲ ਜਾਣੀਏ, ਫਿਰ ਇਹ ਪਾਣੀ ਜਿਹੜਾ ਨਾ ਬਿਲਕੁਲ ਨਿਰਮਲ ਜਾਣਿਆ ਜਾਂਦਾ, ਉਜਲ ਪਵਿੱਤਰ। ਜੇ ਮਿੱਟੀ ਘੱਟਾ ਰਲ ਵੀ ਜਾਵੇ ਫਿਰ ਵੀ ਕੁਝ ਸਮਾਂ ਠਹਿਰ ਕੇ ਨਿੱਤਰ ਆਉਂਦਾ ਹੈ, ਸਾਰਾ ਮਿੱਟੀ ਘੱਟਾ ਹੇਠਾਂ ਬਹਿ ਜਾਂਦਾ ਹੈ। ਪਾਣੀ ਜਿਹੜਾ ਨਾ ਉਹ ਨਿਰਮਲ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਨਾ, ਜਿਵੇਂ ਪਾਣੀ ਨੀਵੇਂ ਵਾਲੇ ਪਾਸੇ ਵਹਿੰਦਾ ਹੈ, ਗੁਰਮੁਖ ਵੀ ਨਿਮਰਤਾ ਵਾਲੇ ਪਾਸੇ, ਭਾਵ ਨਿਮਰਤਾ ਧਾਰਦੇ ਹੈ, ਉਹ ਵੀ ਨਿਰਮਲ ਹੁੰਦੇ ਹੈ ਪਾਣੀ ਵਰਗੇ। ਪਿਆਸ ਵੀ ਬੁਝਾਉਂਦੇ ਹੈ ਅਤੇ ਹੋਰਾਂ ਦੀ ਮੈਲ ਵੀ ਦੂਰ ਕਰਦੇ ਹੈ, ਪਾਣੀ ਤੋਂ ਗੁਣ ਸਿੱਖਦੇ ਹੈ ਗੁਰਮੁਖ। ਸਹਿਦਾ ਬਾਹਲੀ ਖਿੱਚ ਨਿਵੈ ਨੀਵਾਣੀਐ। ਅਤੇ ਧਰਤੀ ਦੀ ਜਿਹੜੀ ਆਕਰਸ਼ਣ ਸ਼ਕਤੀ ਹੈ ਨਾ, ਖਿੱਚ, ਧਰਤੀ ਦਾ ਗੁਰੂਤਵਾ ਹੈ, ਉਸ ਨੂੰ ਇਹ ਪਾਣੀ ਸਹਾਰਦਾ ਹੈ। ਨਿਵੈ ਨੀਵਾਣੀਐ, ਅਤੇ ਨੀਵਾਣ ਵੱਲ ਇਹ ਦੌੜ ਕੇ ਜਾਂਦਾ ਹੈ, ਰੋਕਿਆਂ ਵੀ ਇਹ ਰੁਕਦਾ ਨਹੀਂ। ਧਰਤੀ ਦੇ ਵਿੱਚ ਜਿਹੜਾ ਗੁਰੂਤਵਾ ਹੈ ਨਾ, ਕੁਦਰਤੀ ਖਿੱਚ ਸ਼ਕਤੀ ਹੈ, ਕਿਉਂਕਿ ਕੋਈ ਵੀ ਵਸਤੂ ਜਿਹੜੀ ਉਹ ਆਪਾਂ ਉੱਤੇ ਕਰਕੇ ਛੱਡਾਂਗੇ ਉਹਨੇ ਧਰਤੀ 'ਤੇ ਹੇਠਾਂ ਨੂੰ ਜਾਣਾ ਹੈ। ਔਰ ਇਸ ਧਰਤੀ ਦੇ ਵਿੱਚ ਜਿਹੜੀ ਖਿੱਚ ਸ਼ਕਤੀ ਹੈ ਨਾ, ਗੁਰੂਤਵਾ, ਇਹਦੇ ਕਰਕੇ ਹੀ ਅਸੀਂ ਚੰਗੀ ਤਰ੍ਹਾਂ ਤੁਰ ਫਿਰ ਸਕਦੇ ਹਾਂ, ਕੰਮ ਕਾਰ ਕਰ ਸਕਦੇ ਹਾਂ, ਮੋਟਰ ਗੱਡੀਆਂ 'ਤੇ ਅਸੀਂ ਆ ਜਾ ਸਕਦੇ ਹਾਂ। ਜੇ ਧਰਤੀ ਦੇ ਵਿੱਚ ਗੁਰੂਤਵਾ ਨਾ ਹੁੰਦਾ ਤਾਂ ਇਹ ਸਭ ਕੁਝ ਆਪਾਂ ਨਹੀਂ ਸੀ ਕਰ ਸਕਦੇ। ਸੌਖਿਆਂ ਵਜਨ ਤੋਲਿਆ ਜਾਂਦਾ ਹੈ। ਆਪਾਂ ਵੇਖਦੇ ਹਾਂ ਨਾ, ਸਪੇਸ ਦੇ ਵਿੱਚ ਵਿਗਿਆਨੀ ਜਾਂਦੇ ਆ, ਉੱਥੇ ਇੱਕ ਥਾਂ ਐਸੀ ਆਉਂਦੀ ਹੈ ਜਿੱਥੇ ਧਰਤੀ ਦੀ ਖਿੱਚ ਨਹੀਂ ਰਹਿੰਦੀ, ਉੱਥੇ ਉਹ ਜਿਵੇਂ ਹਵਾ 'ਚ ਹੀ ਉੱਡੇ ਫਿਰਦੇ ਆ, ਫੁੱਲਾਂ ਵਰਗੇ ਹੁੰਦੇ ਆ, ਉੱਥੇ ਹੈ ਹੀ ਨਹੀਂ ਧਰਤੀ ਦੀ ਖਿੱਚ। ਪਰਮਾਤਮਾ ਨੇ ਕਿੰਨੀਆਂ ਵੱਡੀਆਂ ਦਾਤਾਂ ਦਿੱਤੀਆਂ, ਨਹੀਂ ਤਾਂ ਬੰਦਿਆਂ ਨੇ ਇੱਕ ਦੂਜੇ ਵਿੱਚ ਵੱਜਦੇ ਫਿਰਨਾ ਸੀ, ਕਿਉਂਕਿ ਤੁਰ ਹੀ ਨਹੀਂ ਸੀ, ਖੜ੍ਹ ਹੀ ਨਹੀਂ ਸੀ ਪਾਉਣਾ ਇਸ ਧਰਤੀ 'ਤੇ ਜੇ ਇਹਦੇ ਵਿੱਚ ਖਿੱਚ ਸ਼ਕਤੀ ਨਾ ਹੁੰਦੀ। ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਸਹਿੰਦਾ ਬਾਹਲੀ ਖਿੱਚ ਨਿਵੈ ਨੀਵਾਣੀਐ। ਧਰਤੀ ਦੀ ਜਿਹੜੀ ਗੁਰੂਤਵਾ, ਉਹਦੀ ਖਿੱਚ ਸ਼ਕਤੀ ਉਹਨੂੰ ਸਹਾਰਦਾ ਹੈ ਅਤੇ ਨੀਵੇਂ ਵਾਲੇ ਪਾਸੇ ਜਾਂਦਾ ਪਾਣੀ। ਮਨ ਮੇਲੀ ਘੁਲ ਮਿਚ ਸਭ ਰੰਗ ਮਾਣੀਐ। ਫਿਰ ਪਾਣੀ ਨਾ ਮਨ ਦਾ ਮੇਲੀ ਹੈ, ਐਸਾ ਇਹ ਮਿਲਾਪੜੇ ਸੁਭਾਅ ਵਾਲਾ ਹੈ, ਝੱਟ ਹੀ ਘੁਲ ਮਿਲ ਜਾਂਦਾ ਹੈ। ਮਨ ਮੇਲੀ ਘੁਲ ਮਿਚ, ਘੁਲ ਮਿਲ ਜਾਂਦਾ ਹੈ। ਸਭ ਰੰਗ ਮਾਣੀਐ, ਸਾਰੇ ਰੰਗ ਮਾਣਦਾ ਹੈ। ਜਿਹੋ ਜਿਹਾ ਰੰਗ ਪਾਓ ਉੱਦਾਂ ਦਾ ਉਹਨੇ ਘੁਲ ਕੇ ਉਸ ਰੰਗ ਵਰਗਾ ਹੋ ਜਾਣਾ ਹੈ। ਜਿੱਦਾਂ ਦਾ ਰੰਗ, ਹਰੇ ਰੰਗ ਦਾ ਹਰਿਆ, ਲਾਲ, ਸੰਤਰੀ, ਜਿਹੜਾ ਵੀ ਰੰਗ ਪਾਓ ਉੱਦਾਂ ਦਾ ਹੀ ਹੋ ਜਾਣਾ। ਇਹ ਮਨ ਦਾ ਮੇਲੀ ਹੈ, ਬੜਾ ਮਿਲਾਪੜਾ ਸੁਭਾਅ ਹੈ ਇਸ ਪਾਣੀ ਦਾ, ਹਰੇਕ ਰੰਗ ਦਾ ਹੋ ਜਾਂਦਾ ਹੈ, ਹਰੇਕ ਰੰਗ ਨੂੰ ਧਾਰਨ ਕਰ ਲੈਂਦਾ ਹੈ। ਵਿਛੜੈ ਨਾਹੀਂ ਵਿਰਚ
ਦਰ ਪਰਵਾਣੀਐ। ਫਿਰ ਜਿਹਦੇ ਨਾਲ ਇਹ ਮਿਲ ਜਾਂਦਾ ਹੈ ਨਾ, ਫਿਰ ਇਹ ਉਹਦੇ ਤੋਂ ਵਿਛੜਦਾ ਨਹੀਂ। ਇਸੇ ਕਾਰਨ ਇਹ ਦਰਗਾਹ ਦੇ ਵਿੱਚ ਵੀ ਪ੍ਰਮਾਣ ਹੈ। ਇਹ ਜਿਹੜਾ ਨਾ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੈ ਪਾਣੀ, ਹਰੇਕ ਦੇ ਨਾਲ ਮਿਲ ਜਾਂਦਾ, ਫਿਰ ਉਹਦੇ ਤੋਂ ਵਿਛੜਦਾ ਨਹੀਂ ਹੈ। ਸੋ ਐਸਾ ਹੈ ਇਹ ਪਾਣੀ। ਪਰ ਉਪਕਾਰ ਸਰਾਚ ਭਗਤ ਨੀਸਾਣੀਐ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਜਿਹੜਾ ਪਾਣੀ ਹੈ ਨਾ, ਪਰਉਪਕਾਰ ਲਈ ਹੋਰਨਾਂ ਦੇ ਵਿੱਚ ਸਰਾਚ ਦਾ ਅਰਥ ਮਿਲਦਾ ਹੈ, ਹੋਰਨਾਂ ਦੇ ਵਿੱਚ ਚੰਗਾ ਮਿਲਾਪ ਕਰਦਾ ਹੈ। ਇਹ ਪਾਣੀ ਦੇ ਗੁਣ ਹਨ। ਇਹ ਜਿਹੜੇ ਪਾਠ ਨੇ ਇਸੇ ਤਰ੍ਹਾਂ ਵਿਛੜੈ ਨਾਹੇ ਵਿਰਾਚ ਅਤੇ ਸਰਾਚ ਵਿਰਚ ਸਰਚ ਨਹੀਂ, ਪੋਲੇ ਹੀ ਬੋਲਣੇ ਹੈ। ਥੋੜ੍ਹਾ ਜਿਹਾ ਵਾਵਾ ਅਤੇ ਸੱਸਾ ਨੂੰ ਸੰਬੰਧਕ ਰੱਖ ਕੇ ਪਰ ਉਪਕਾਰ ਸਰਾਚ ਭਗਤ ਨੀਸਾਣੀਐ। ਕਹਿੰਦੇ ਜਿਵੇਂ ਪਾਣੀ ਦੇ ਵਿੱਚ ਗੁਣ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹਨ ਉਹ ਭਗਤੀ ਕਰਦੇ ਹੈ, ਅਤੇ ਪਾਣੀ ਵਰਗੀ ਹੀ ਭਗਤੀ, ਪਾਣੀ ਵਰਗਾ ਭਗਤੀ ਦੇ ਵਿੱਚ ਗੁਰਮੁਖ ਪਿਆਰੇ ਜਿਹੜੇ ਹੈ ਉਹ ਗੁਣਾਂ ਨੂੰ ਧਾਰ ਕੇ ਭਗਤੀ ਵਿੱਚ ਲੱਗੇ ਰਹਿੰਦੇ ਹੈ, ਵਾਹਿਗੁਰੂ ਦੀ ਭਗਤੀ ਕਰਦੇ ਹੈ। ਪਾਣੀ ਨੀਵੇਂ ਵਾਲੇ ਪਾਸੇ ਜਾਂਦਾ, ਉਹਨਾਂ ਦੇ ਵਿੱਚ ਨੀਵੇਂ ਵਾਲੇ ਪਾਸੇ ਜਾਣ ਦੇ ਗੁਣ ਹਨ, ਭਾਵ ਨਿਮਰਤਾ ਧਾਰਦੇ ਹੈ। ਪਾਣੀ ਨਿਰਮਲ ਹੈ, ਗੁਰਮੁਖ ਪਿਆਰੇ ਵੀ ਮਨ ਦੇ ਨਿਰਮਲ ਹੁੰਦੇ ਹੈ। ਪਾਣੀ ਮੈਲ ਦੂਰ ਕਰਦਾ ਹੈ, ਗੁਰਮੁਖ ਪਿਆਰੇ ਵੀ ਮੈਲ ਦੂਰ ਕਰਦੇ ਹੈ, ਪਾਪਾਂ ਦੀ ਮੈਲ ਦੂਰ ਕਰਦੇ ਹੈ। ਪਾਣੀ ਪਿਆਸ ਬੁਝਾਉਂਦਾ ਹੈ, ਗੁਰਮੁਖ ਪਿਆਰੇ ਜਿਹੜੇ ਉਹ ਵੀ ਜਗਿਆਸੂਆਂ ਦੀ ਪਿਆਸ ਦੂਰ ਕਰਦੇ ਹੈ। ਉਹਨਾਂ ਦੇ ਅੰਦਰ ਪਿਆਸ ਹੁੰਦੀ ਹੈ ਜੋ ਵਾਹਿਗੁਰੂ ਦੇ ਦਰਸ਼ਨਾਂ ਦੀ, ਭਗਤੀ ਕਰਾ ਕਰਾ ਕੇ ਵਾਹਿਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਕਰਵਾ ਦਿੰਦੇ ਹੈ। ਸੋ ਇਸ ਤਰ੍ਹਾਂ ਪਾਣੀ ਦੇ ਵਿੱਚ ਬਹੁਤ ਸਾਰੇ ਗੁਣ ਨੇ। ਗੁਰਮੁਖ ਪਿਆਰੇ ਵੀ ਪਾਣੀ ਤੋਂ ਹੀ ਇਹ ਜਿਹੜੇ ਨੇ ਗੁਣ ਧਾਰਨ ਕਰਦੇ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸੋ ਇਸ ਤਰ੍ਹਾਂ ਪਾਣੀ ਵਰਗੇ ਗੁਣਾਂ ਨੂੰ ਧਾਰ ਕੇ ਗੁਰਮੁਖ ਪਿਆਰੇ ਰਹਿੰਦੇ ਹੈ। ਉਹਨਾਂ ਗੁਰਮੁਖਾਂ ਦੇ ਵਾਸਤੇ ਹੀ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਕਹੇ ਹੈ, ਜਨਮ ਮਰਨ ਦੁਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਉਹ ਜੰਮਣ ਮਰਨ ਦੇ ਵਿੱਚ ਨਹੀਂ, ਉਹ ਤਾਂ ਪਰ ਉਪਕਾਰ ਕਰਨ ਵਾਸਤੇ ਆਉਂਦੇ ਹੈ। ਜੀ ਦਾਨ ਦੇ ਭਗਤੀ ਲਾਇਨ, ਉਹ ਤਾਂ ਲੋਕਾਂ ਨੂੰ ਜੀਵਨ ਦਾਨ ਬਖਸ਼ਦੇ ਹੈ। ਇੱਥੇ ਕੋਈ ਕੱਪੜੇ ਦਾ ਦਾਨ ਕਰਦਾ ਹੈ, ਕੋਈ ਧਨ ਦਾ ਦਾਨ ਕਰਦਾ ਹੈ, ਕੋਈ ਹੋਰ ਵਸਤੂਆਂ ਦਾ ਦਾਨ ਕਰਦਾ ਹੈ, ਕੋਈ ਕਿਸੇ ਨੂੰ ਭੋਜਨ ਦਾਨ ਕਰਦਾ ਹੈ। ਉੱਤਮ ਦਾਨ ਹਨ, ਪਰ ਸਭ ਤੋਂ ਉੱਤਮ ਦਾਨ ਹੈ ਉਹ ਜੀਵਨ ਦਾਨ ਦਿੰਦੇ ਹੈ। ਗੁਰਮੁਖ ਜਿਉਣ ਦਾ ਢੰਗ ਸਿਖਾਉਂਦੇ ਹੈ ਵੀ ਇਸ ਤਰ੍ਹਾਂ ਜਿਉਣਾ ਹੈ। ਇਹ ਜੀਵਨ ਦੀ ਜੁਗਤੀ, ਇਸ ਤਰ੍ਹਾਂ ਜੀਵਨ ਜੀਵੋ ਤਾਂ ਤੁਹਾਡਾ ਇਹ ਜੀਵਨ ਸਫਲ ਹੋਵੇਗਾ। ਸੋ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹਨ ਉਹ ਜੀਵਨ ਦੀ ਦਾਤ ਬਖਸ਼ਦੇ ਹੈ। ਸੋ ਇਸ ਤੋਂ ਅੱਗੇ 8ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਿੱਖਿਆ ਬਖਸ਼ਦੇ ਹੈ। ਲਾਈਟ ਚਲੀ ਗਈ, ਜੇ ਜਰਨੇਟਰ ਚੱਲਦਾ ਤਾਂ ਕੋਈ ਗੁਰਮੁਖ ਪਿਆਰਾ ਜਾ ਕੇ ਜਰਨੇਟਰ ਚਲਾ ਦੇਵੇ, ਹਨੇਰਾ ਹੋਣ ਕਰਕੇ ਨਜ਼ਰ ਨਹੀਂ ਆਉਂਦਾ। ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਵਸਤੂ ਜਿਹੜੀ ਹੈ ਉਸ ਇੱਕ ਇੱਕ ਵਸਤੂ ਤੋਂ ਸਿੱਖਿਆ ਦਿੱਤੀ ਹੈ ਸਾਨੂੰ ਵੀ ਤੂੰ ਇਹ ਸਿੱਖਿਆ ਧਾਰਨ ਕਰ। ਪਾਣੀ ਤੋਂ ਵੀ ਸਿੱਖਿਆ ਲੈ, ਧਰਤੀ ਤੋਂ ਵੀ ਸਿੱਖਿਆ ਲੈ। ਆ ਜਿਹੜੇ ਰੁੱਖ ਖਲੋਤੇ ਨੇ ਇਹ ਵੀ ਤੈਨੂੰ ਕੁਝ ਸਿਖਾਉਂਦੇ ਆ, ਤੂੰ ਇਹਨਾਂ ਤੋਂ ਵੀ ਸਿੱਖਿਆ ਲੈ।
ਇੱਥੋਂ ਤੱਕ ਮਹਾਰਾਜ ਨੇ ਕਿਹਾ ਕੁੱਤੇ ਤੂੰ ਵੀ ਕੁਝ ਸਿੱਖ ਲੈ। ਹਰ ਚੀਜ਼ ਤੋਂ ਸਿੱਖਿਆ ਦਿੱਤੀ ਹੈ। ਗੁਣਾਂ ਦੇ ਗ੍ਰਾਹੀ ਬਣਾਇਆ ਸਤਿਗੁਰੂ ਨੇ ਕਿ ਤੂੰ ਗੁਣਾਂ ਦਾ ਗ੍ਰਾਹਕ ਬਣ, ਔਗਣਾਂ ਦਾ ਤਿਆਗ ਕਰਦੇ, ਬਸ ਗੁਣ ਹੀ ਜੀਵਨ ਵਿੱਚ ਇਕੱਠੇ ਕਰ ਤੇ ਵੇਖੀ ਰੱਬ ਦੀ ਮਿਹਰ ਹੁੰਦੀ। ਸੋ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਹੈ। ਧਰਤੀ ਉੱਤੇ ਰੁੱਖ ਸਿਰ ਤਲਵਾਇਆ। ਭਾਈ ਸਾਹਿਬ ਜੀ ਕਹਿੰਦੇ ਰੁੱਖ ਵੱਲ ਵੇਖੋ, ਜਿਹੜਾ ਰੁੱਖ ਹੈ ਨਾ ਉਹ ਧਰਤੀ ਦੇ ਉੱਤੇ ਸਿਰ ਹੇਠਾਂ ਕਰਕੇ ਤੇ ਪੈਰ ਉੱਤੇ ਨੂੰ ਕਰਕੇ ਉੱਗਦਾ ਹੈ। ਉਹਦਾ ਸਿਰ ਹੇਠਾਂ ਹੁੰਦਾ, ਜਿਹੜਾ ਪੈਰ ਉੱਤੇ ਹੁੰਦੇ, ਉੱਤੇ ਫੈਲਿਆ ਹੋਇਆ ਹੁੰਦਾ ਹੈ। ਆਪ ਸਹੰਦੇ ਦੁੱਖ ਜਗ ਵਰਸਾਇਆ। ਤੇ ਰੁੱਖ ਆਪ ਦੁੱਖ ਸਹਾਰਦੇ ਨੇ ਤੇ ਸੰਸਾਰ ਦੇ ਲੋਕਾਂ ਨੂੰ ਸੁੱਖ ਦਿੰਦੇ। ਸੰਸਾਰ ਦੇ ਲੋਕ ਵਰਸਾਏ ਜਾਂਦੇ ਹੈ। ਫਲ ਦੇ ਲਾਹਨ ਭੁੱਖ ਵੱਟ ਵਗਾਇਆ। ਤੇ ਜੇ ਕੋਈ ਵੱਟੇ ਵੀ ਮਾਰੇ ਫਿਰ ਵੀ ਫਲ ਦਿੰਦੇ ਹੈ ਤੇ ਉਹਨਾਂ ਦੀ ਭੁੱਖ ਦੂਰ ਕਰਦੇ ਹੈ। ਐਸਾ ਗੁਣ ਹੁੰਦਾ ਇਹਨਾਂ ਰੁੱਖਾਂ ਦੇ ਵਿੱਚ। ਛਾਵ ਘਣੀ ਬਹਿ ਸੁੱਖ ਮਨ ਪਰਚਾਇਆ। ਤੇ ਫਿਰ ਜਦੋਂ ਕੋਈ ਰਾਹੀ ਆਉਂਦੇ ਜਾਂਦੇ ਹੈ, ਸੰਘਣੀ ਛਾਂ ਹੁੰਦੀ ਹੈ ਰੁੱਖਾਂ ਦੀ, ਤੇ ਉਹ ਰੁੱਖਾਂ ਦੇ ਹੇਠਾਂ ਬਹਿ ਕੇ ਸੁੱਖ ਮਾਣਦੇ ਹੈ, ਮਨ ਪਰਚਾਉਂਦੇ ਹੈ ਛਾਂ ਵਿੱਚ ਬਹਿ ਕੇ। ਛਾਵ ਘਣੀ ਬਹਿ ਸੁੱਖ ਮਨ ਪਰਚਾਇਆ। ਵੱਢਣ ਆਏ ਮਨੁੱਖ ਆਪ ਤਛਾਇਆ। ਤੇ ਜੇ ਕੋਈ ਆਰਾ ਲੈ ਕੇ, ਕੁਹਾੜਾ ਲੈ ਕੇ ਕੋਈ ਮਨੁੱਖ ਰੁੱਖ ਨੂੰ ਵੱਢਣ ਆ ਜਾਵੇ ਤਾਂ ਵੀ ਨਹੀਂ ਉਹ ਰੋਕਦਾ, ਕਿੰਨਾ ਜੇਰਾ ਉਹਦੇ ਵਿੱਚ। ਤੇ ਉਹ ਜਿਹੜਾ ਰੁੱਖ ਹੈ ਆਪਣਾ ਆਪ ਕਟਵਾ ਲੈਂਦਾ ਹੈ। ਵਿਰਲੇ ਹੀ ਸਨਮੁਖ ਭਾਣਾ ਪਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰੁੱਖ ਵਰਗੀ ਜਰਾਂਦ ਰੱਖਣ ਵਾਲੇ, ਰੁੱਖ ਵਰਗੇ ਗੁਣਾਂ ਨੂੰ ਧਾਰ ਕੇ ਭਾਣੇ ਵਿੱਚ ਰਹਿਣ ਵਾਲੇ ਵਿਰਲੇ ਹੀ ਸਨਮੁਖ ਗੁਰਮੁਖ ਪਿਆਰੇ ਹੁੰਦੇ ਹੈ, ਜਿਨ੍ਹਾਂ ਨੂੰ ਪਰਮਾਤਮਾ ਦਾ ਭਾਣਾ ਪਾਉਂਦਾ ਹੈ। ਕੋਈ ਵੱਟੇ ਮਾਰੇ ਫਲ ਦਿੰਦੇ ਹੈ, ਆਰੇ ਨਾਲ ਵੱਢੇ ਤਾਂ ਵੀ ਕੁਝ ਨਹੀਂ ਕਹਿੰਦੇ, ਛਾਂ ਦਿੰਦੇ ਹੈ, ਤਤਿਕਸ਼ਾ ਸਹਾਰਦੇ ਹੈ, ਧੁੱਪਾਂ ਸਹਾਰਦੇ ਹੈ, ਠੰਡ ਸਹਾਰਦੇ ਹੈ, ਮੀਂਹ ਗੜੇ ਸਹਾਰਦੇ ਹੈ। ਪਰ ਸਾਰੀ ਉਮਰ ਇਹ ਰੁੱਖ ਪਰਉਪਕਾਰ ਕਰਦੇ ਹੈ। ਸਭ ਤੋਂ ਵੱਡਾ ਸਾਨੂੰ ਸਾਹ ਲੈਣ ਵਾਸਤੇ ਸ਼ੁੱਧ ਹਵਾ ਦਿੰਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ। ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ। ਕਾਜ ਉਆ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ। ਮਹਾਰਾਜ ਕਹਿੰਦੇ ਕਿਸੇ ਨੇ ਤਿੱਖੇ ਸ਼ਸਤਰ ਕੁਹਾੜੇ ਤੇ ਆਰੇ ਨਾਲ ਕੱਟ ਦਿੱਤਾ ਰੁੱਖ ਨੂੰ, ਪਰ ਉਹਨੇ ਰੋਸ ਨਹੀਂ ਕੀਤਾ, ਮਨ ਵਿੱਚ ਗੁੱਸਾ ਹੀ ਨਹੀਂ ਕੀਤਾ ਰੁੱਖ ਨੇ। ਸਗੋਂ ਕਾਜ ਉਆ ਕੋ ਲੈ ਸਵਾਰਿਓ, ਉਹਦਾ ਕਾਰਜ ਸਵਾਰਿਆ ਉਹਨੇ। ਕਈਆਂ ਨੇ ਕੁਰਸੀਆਂ ਮੇਜ਼ ਬਣਾ ਲਏ, ਬੈਂਚ ਬਣਾ ਲਏ, ਕਈਆਂ ਨੇ ਛਤੀਰੀਆਂ ਬਣਾ ਕੇ ਉੱਤੇ ਛੱਤਾਂ 'ਚ ਪਾ ਲਏ, ਕਈਆਂ ਨੇ ਲੱਕੜ ਦੇ ਬਾਲੇ ਛੱਤਾਂ 'ਤੇ ਪਾਏ, ਫੱਟੇ ਬਣਾ ਲਏ, ਮੰਜੇ ਬਣਾ ਲਏ, ਕਈ ਕੁਝ ਬਣਾਇਆ। ਕਾਰਜ ਉਹਦਾ ਸਵਾਰਿਆ ਪਰ ਮਨ ਵਿੱਚ ਕੋਈ ਰੋਸ ਨਹੀਂ ਕੀਤਾ। ਸੋ ਇਸ ਤਰ੍ਹਾਂ ਦੇ ਗੁਰਮੁਖ ਪਿਆਰਿਆਂ ਦੇ ਵਿੱਚ ਭਾਣੇ ਨੂੰ ਮੰਨਣ ਵਾਲੇ ਗੁਣ ਹੁੰਦੇ ਹੈ। ਜਿਵੇਂ ਰੁੱਖ ਪਰਉਪਕਾਰੀ ਹੈ ਨਾ, ਇਸੇ ਤਰ੍ਹਾਂ ਗੁਰਮੁਖ ਪਿਆਰੇ ਵੀ ਪਰਉਪਕਾਰ ਕਰਦੇ ਹੈ, ਆਪਣਾ ਆਪ ਵੀ ਚਿਰਾ ਲੈਂਦੇ ਆ ਪਰਉਪਕਾਰ ਦੇ ਵਾਸਤੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਵੇਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿੱਥੇ ਸਤਿਗੁਰੂ ਸ਼ਹਾਦਤ ਪ੍ਰਾਪਤ ਕਰਦੇ ਹੈ, ਪਹਿਲਾਂ ਤਿੰਨੇ ਸਿੱਖ ਸ਼ਹਾਦਤ ਪ੍ਰਾਪਤ ਕਰਦੇ ਹੈ। ਪਰਉਪਕਾਰ ਹੀ ਕੀਤਾ ਨਾ। ਔਰੰਗਜ਼ੇਬ ਕਹਿੰਦਾ ਸੀ ਮੈਂ ਸਾਰਿਆਂ ਨੂੰ ਮੁਸਲਮਾਨ ਹੀ ਬਣਾ ਦੇਣਾ ਹੈ। ਕਸ਼ਮੀਰੀ ਪੰਡਤ ਮਹਾਰਾਜ ਦੇ ਕੋਲ ਆਏ ਸੀ, ਗੁਰੂ ਤੇਗ ਬਹਾਦਰ ਜੀ ਦੇ ਕੋਲ, ਸਤਿਗੁਰੂ ਨੇ ਬਾਂਹ ਫੜੀ, ਤਿਲਕ ਜੰਝੂ ਦੀ ਰੱਖਿਆ ਕੀਤੀ। ਨਾ ਤਿਲਕ ਲਾਉਂਦੇ ਹੈ, ਨਾ ਜੰਝੂ ਪਾਉਂਦੇ ਹੈ, ਪਰਉਪਕਾਰ ਲਈ ਆਪਾ ਕੁਰਬਾਨ ਕਰ ਦਿੱਤਾ। ਸੋ ਪਰਉਪਕਾਰ ਹੈ ਜਿੱਥੇ ਗੁਰੂ ਵਿੱਚ, ਉੱਥੇ ਗੁਰਮੁਖਾਂ ਦੇ ਵਿੱਚ
9ਵੀਂ ਪੌੜੀ ਦੇ ਵਿੱਚ ਅੱਗੇ ਦਰਖਤ ਦਾ ਹੀ, ਰੁੱਖ ਦਾ ਹੀ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਸਮਝਾਉਂਦੇ ਹੈ, ਰੁੱਖਹੁ ਘਰ ਛਾਵਾਏ ਥੰਮ ਥਮਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਰੁੱਖ ਹੈ ਨਾ, ਉਸ ਰੁੱਖ ਦਾ ਜਿਹੜਾ ਤਣਾ ਹੁੰਦਾ ਹੈ, ਉਹਦੇ ਮੋਟੇ ਟਾਹਣ ਹੁੰਦੇ ਹੈ, ਉਹਨਾਂ ਨੂੰ ਚੀਰਿਆ ਜਾਂਦਾ ਹੈ ਅਤੇ ਰੁੱਖ ਆਪਣਾ ਆਪ ਚਿਰਵਾ ਕੇ ਕੀ ਕਰਦਾ ਹੈ ਵੀ ਥੰਮੀਆਂ ਤੇ ਸ਼ਤੀਰ ਬਣ ਕੇ ਘਰ ਦੀ ਛਤੌਤ ਕਰਦਾ ਹੈ। ਥੰਮੀਆਂ ਕੰਧਾਂ ਹੁੰਦੀਆਂ ਨਾ ਜਿਹੜੀਆਂ, ਉੱਤੇ ਪੁਰਾਣੇ ਘਰ ਤੁਸੀਂ ਬਣੇ ਵੇਖੋ, ਕਿਹੜੀਆਂ ਕਿਹੜੀਆਂ ਮੋਟੀਆਂ ਮੋਟੇ ਸ਼ਤੀਰ ਨੇ ਉੱਤੇ, ਕਿੰਨੇ ਮਜ਼ਬੂਤ ਨੇ, ਅੱਜ ਤੱਕ ਨਹੀਂ ਹਿੱਲਦੀਆਂ ਉਹ ਛੱਤਾਂ। ਕਹਿੰਦੇ ਵੇਖੋ ਘਰ ਦੀ ਛਤੌਤ ਵਾਸਤੇ ਆਪਣਾ ਆਪ ਚਿਰਵਾ ਲਿਆ ਰੁੱਖ ਨੇ। ਸਿਰ ਕਰਵਤ ਧਰਾਏ ਬੇੜ ਕਢਾਇਆ, ਸਿਰ ਦੇ ਉੱਤੇ ਆਰਾ ਰਖਵਾ ਕੇ ਚਿਰਾ ਲਿਆ ਅਤੇ ਬੇੜਾ ਬਣਾਇਆ, ਉਹਦਾ ਬੇੜਾ ਬਣਵਾ ਲਿਆ ਆਪਣੇ ਆਪ ਦਾ। ਰੁੱਖ ਆਪ ਚੀਰਿਆ ਗਿਆ, ਉਹਦਾ ਬੇੜਾ ਬਣਿਆ, ਬੇੜੀ ਵੱਡੇ ਬੇੜੇ ਬਣੇ। ਲੋਹੇ ਨਾਲ ਜੜਾਏ ਪੂਰ ਤਰਾਇਆ, ਅਤੇ ਫਿਰ ਆਪਣੇ ਆਪ ਦੇ ਨਾਲ ਲੋਹਾ ਜੜਾ ਕੇ ਜਦੋਂ ਪੂਰਾ ਬੇੜਾ ਬਣ ਗਿਆ ਨਾ, ਫਿਰ ਲੋਕਾਂ ਦੇ ਪੂਰਾਂ ਦੇ ਪੂਰ ਦਰਿਆ ਤੋਂ, ਸਮੁੰਦਰ ਤੋਂ ਉਹਨੇ ਪਾਰ ਕਰ ਦਿੱਤੇ। ਕਿੱਡਾ ਵੱਡਾ ਪਰਉਪਕਾਰ ਕੀਤਾ ਰੁੱਖ ਨੇ, ਆਪਣਾ ਆਪ ਚਿਰਵਾ ਕੇ ਬੇੜਾ ਬਣਿਆ, ਲੋਕਾਂ ਦੇ ਪੂਰਾਂ ਦੇ ਪੂਰ ਦਰਿਆ ਤੋਂ ਪਾਰ ਕੀਤੇ। ਘਰ ਦੀ ਛੱਤ ਦੇ ਉੱਤੇ, ਉਹ ਘਰ ਦੇ ਹੇਠਾਂ ਕਈ ਜੀਅ ਰਹਿੰਦੇ ਹੈ, ਮੀਂਹ ਕਣੀ ਤੋਂ, ਠੰਡ ਤੋਂ, ਧੁੱਪ ਤੋਂ ਬਚਦੇ ਹੈ। ਤੋ ਕਿੱਡਾ ਵੱਡਾ ਪਰਉਪਕਾਰ ਕਰਦਾ ਹੈ। ਲੱਖ ਲਹਿਰੀ ਦਰਿਆਏ ਪਾਰ ਲੰਘਾਇਆ, ਲਹਿਰੀ ਪਾਠ ਹੈ ਅਤੇ ਲੰਘਾਇਆ ਟਿੱਪੀ ਦੇ ਨਾਲ ਹੈ ਲਿਖਤੀ ਰੂਪ ਵਿੱਚ। ਲੱਖਾਂ ਹੀ ਦਰਿਆ ਦੀਆਂ ਜਿਹੜੀਆਂ ਲਹਿਰਾਂ ਹਨ, ਉਹਨਾਂ ਲਹਿਰਾਂ ਦੇ ਵਿੱਚ ਉਹ ਬੇੜਾ ਤਰਦਾ ਹੋਇਆ ਅਤੇ ਲੋਕਾਂ ਨੂੰ ਪਾਰ ਲੰਘਾ ਦਿੰਦਾ ਹੈ। ਕਹਿੰਦੇ ਇਹ ਰੁੱਖ ਦਾ ਪਰਉਪਕਾਰ ਹੈ। ਗੁਰ ਸਿੱਖਾਂ ਭੈ ਪਾਏ ਸ਼ਬਦ ਕਮਾਇਆ, ਗੁਰਮੁਖ ਪਿਆਰੇ ਜਿਹੜੇ ਹੁੰਦੇ ਆ ਨਾ, ਉਹ ਰੁੱਖ ਵਰਗੇ ਪਰਉਪਕਾਰੀ ਹੁੰਦੇ ਹੈ। ਇਸੇ ਹੀ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਭੈ ਅਤੇ ਪ੍ਰੇਮ ਵਿੱਚ ਲੱਗ ਕੇ ਸ਼ਬਦ ਦੀ ਕਮਾਈ ਕੀਤੀ ਹੈ, ਇਕਸ ਪਿੱਛੇ ਲਾਏ ਲੱਖ ਛੁਡਾਇਆ, ਉਹਨਾਂ ਨੇ ਇੱਕ ਨਾਮ ਦੇ ਬੇੜੇ ਦੇ ਉੱਤੇ ਚਾੜ੍ਹ ਕੇ, ਜਾਂ ਇਉਂ ਕਹਿ ਲਓ ਵੀ ਗੁਰਮੁਖਾਂ ਨੇ ਸ਼ਬਦ ਦੀ ਕਮਾਈ ਕੀਤੀ ਅਤੇ ਸ਼ਬਦ ਦੇ ਪਿੱਛੇ ਲੱਖਾਂ ਨੂੰ ਹੀ ਜੰਮਣ ਮਰਨ ਤੋਂ ਛੁਡਾ ਦਿੱਤਾ, ਮੁਕਤ ਕਰ ਦਿੱਤਾ, ਦੁੱਖਾਂ ਤੋਂ ਛੁਡਾ ਦਿੱਤਾ। ਜਿਵੇਂ ਰੁੱਖ ਨੇ ਪਰਉਪਕਾਰ ਕੀਤਾ, ਇਸੇ ਤਰ੍ਹਾਂ ਗੁਰਮੁਖ ਪਿਆਰੇ ਨੇ ਪਰਉਪਕਾਰ ਕੀਤਾ ਹੈ। ਉਹ ਆਪਣਾ ਆਪ ਪਰਉਪਕਾਰ ਲਈ ਚਿਰਵਾ ਲੈਂਦਾ ਹੈ, ਲੋਕਾਂ ਦੇ ਸਿਰ 'ਤੇ ਛੱਤ ਬਣਦਾ ਹੈ, ਸਹਾਰਾ ਬਣਦਾ ਹੈ, ਔਰ ਜਿੱਥੇ ਆਪ ਤਰਦਾ ਦਰਿਆ ਤੋਂ ਹੋਰਾਂ ਨੂੰ ਵੀ ਸੰਸਾਰ ਭੌਜਲ ਤੋਂ ਤਾਰ ਦਿੰਦਾ ਹੈ। ਤਾਂ ਰੁੱਖ ਵਰਗੇ ਗੁਣ ਹੁੰਦੇ ਆ ਗੁਰਮੁਖਾਂ ਦੇ ਵਿੱਚ। ਜਦੋਂ ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਮੁਖਾਂ ਦੇ ਗੁਣਾਂ ਬਾਰੇ ਦੱਸਿਆ, ਤਾਂ ਗੁਰਸਿੱਖਾਂ ਨੇ, ਸੰਗਤਾਂ ਨੇ ਬੇਨਤੀ ਕੀਤੀ, ਭਾਈ ਗੁਰਦਾਸ ਜੀ, ਇਹ ਵੱਡੀਆਂ ਵੱਡੀਆਂ ਵਸਤੂਆਂ ਸਨ ਜਿਨ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਤੁਸੀਂ ਸਾਨੂੰ ਸਮਝਾਇਆ। ਗੁਰਮੁਖ ਧਰਤੀ ਤੋਂ, ਪਾਣੀ ਤੋਂ, ਰੁੱਖਾਂ ਤੋਂ ਗੁਣ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਸਫਲਾਉਂਦੇ ਹੈ, ਪਰਉਪਕਾਰ ਕਰਦੇ ਹੈ। ਕੀ ਕੋਈ ਨਿੱਕੀ ਤੋਂ ਨਿੱਕੀ ਚੀਜ਼ ਜਿਵੇਂ ਤਿਲ ਹੈ, ਇਹ ਤਿਲ ਤੋਂ ਵੀ ਗੁਰਮੁਖ ਪਿਆਰੇ ਗੁਣ ਸਿੱਖਿਆ ਲੈਂਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹਾਂ, ਤਿਲ ਤੋਂ ਵੀ ਬਹੁਤ ਸਿੱਖਿਆ ਗੁਰਮੁਖ ਪਿਆਰੇ ਆਪਣੇ ਜੀਵਨ ਵਿੱਚ ਧਾਰਨ ਕਰਦੇ ਹੈ, ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ। ਅਤੇ ਭਾਈ ਗੁਰਦਾਸ ਸਾਹਿਬ ਜੀ ਹੁਣ ਤਿਲ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ ਵੀ ਵੇਖੋ ਤਿਲ ਨੇ ਕਿੱਡਾ ਪਰਉਪਕਾਰ ਕੀਤਾ ਹੈ। ਕਹਾਣੀ ਤਿਲ ਪੀੜਾਏ ਤੇਲ ਕਢਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ, ਜਿਵੇਂ ਤਿਲ ਨੇ ਕੋਹਲੂ ਦੇ ਵਿੱਚ ਜਿਹੜੀ ਕਹਾਣੀ ਤਿਲਾਂ ਦੀ ਪਾਈ ਜਾਂਦੀ ਆ ਨਾ, ਕਹਿੰਦੇ ਕੋਹਲੂ ਦੀ ਕਹਾਣੀ ਵਿੱਚ ਆਪਣੇ ਆਪ ਨੂੰ ਪਿੜਾ ਲਿਆ। ਕੋਹਲੂ ਵਿੱਚ ਤਿਲ ਜਿਹੜੇ ਪਾ ਕੇ ਪੀੜੇ ਜਾਂਦੇ ਐ, ਮਿੱਧ ਦਿੱਤੇ ਜਾਂਦੇ, ਉਹਨਾਂ ਦਾ ਤੇਲ ਕੱਢਿਆ ਜਾਂਦਾ, ਮਿੱਧ ਮਧੋਲੇ ਜਾਂਦੇ ਹੈ। ਕਹਿੰਦੇ
ਤਿਲ ਨੇ ਆਪਣਾ ਆਪ ਕੋਹਲੂ 'ਚ ਪਿੜਾ ਕੇ ਤਿਲ ਕਢਵਾ ਲਿਆ। ਤੇਲ ਕਢਵਾ ਲਿਆ। ਦੀਵੈ ਤੇਲ ਜਲਾਏ ਹਨੇਰ ਗਵਾਇਆ। ਤੇ ਫਿਰ ਜਦੋਂ ਉਹ ਤੇਲ ਬਣਿਆ, ਕਹਿੰਦੇ ਉਹਨੇ ਦੀਵੇ ਵਿੱਚ ਆਪਣਾ ਆਪ ਸਾੜ ਲਿਆ, ਬਾਲ ਲਿਆ, ਕੁਰਬਾਨ ਕਰ ਦਿੱਤਾ ਉਸ ਤੇਲ ਨੇ। ਸੀ ਤਾਂ ਉਹ ਤੇਲ ਹੀ। ਕਹਿੰਦੇ ਤਿਲ ਦਾ ਪਰਉਪਕਾਰ ਵੇਖੋ, ਪਹਿਲੋਂ ਕੋਹਲੂ 'ਚ ਪਾ ਕੇ ਉਹ ਪੀੜਿਆ ਗਿਆ, ਖਾਲ ਇੱਕ ਪਾਸੇ ਚਲੀ ਗਈ, ਤੇਲ ਇੱਕ ਪਾਸੇ ਆ ਗਿਆ। ਫਿਰ ਉਹ ਤੇਲ ਦੀਵੇ ਵਿੱਚ ਪਿਆ, ਬੱਤੀ ਰਾਹੀਂ ਉਹਨੇ ਕੀ ਕੀਤਾ, ਆਪਣਾ ਆਪ ਕੁਰਬਾਨ ਕੀਤਾ। ਤੇਲ ਜਿਹੜਾ ਸੀ ਆਪਣਾ ਆਪ ਉਹਨੇ ਸਾੜ ਲਿਆ, ਅੱਗ ਵਿੱਚ ਮਚਾ ਲਿਆ ਆਪਣਾ ਆਪ, ਪਰ ਲੋਕਾਂ ਨੂੰ ਚਾਨਣ ਦਿੱਤਾ ਦੀਵੇ ਨੇ। ਹਨੇਰ ਗਵਾਇਆ, ਉਹਨੇ ਹਨੇਰਾ ਦੂਰ ਕੀਤਾ। ਮਸ ਮਸਵਾਣੀ ਪਾਏ ਸ਼ਬਦ ਲਿਖਾਇਆ। ਫਿਰ ਇੱਥੇ ਹੀ ਬਸ ਨਹੀਂ, ਦੀਵੇ ਦੀ ਲਾਟ ਤੋਂ ਜਿਹੜੀ ਕਾਲਖ ਪੈਦਾ ਹੋਈ ਨਾ, ਉਹਦੀ ਬਣਾਈ ਸਿਆਹੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੀਵੇ ਦੀ ਲਾਟ ਤੋਂ ਉਹ ਤਿਲ ਜਿਹੜਾ ਸੀ ਫਿਰ ਸ਼ਾਹੀ ਬਣ ਕੇ ਨਾ ਮਸਵਾਣੀ ਪਾਏ। ਮਸਵਾਣੀ ਕਹਿੰਦੇ ਦਵਾਤ, ਜਿਹ 'ਚ ਸਿਆਹੀ ਪਾਈ ਜਾਂਦੀ ਹੈ, ਦਵਾਤ ਦੇ ਵਿੱਚ ਕਹਿੰਦੇ ਫਿਰ ਉਹ ਸਿਆਹੀ ਬਣ ਕੇ ਪਾਇਆ ਗਿਆ। ਸ਼ਬਦ ਲਿਖਾਇਆ, ਅਤੇ ਉਸ ਸਿਆਹੀ ਦੇ ਨਾਲ ਫਿਰ ਗੁਰੂ ਦੇ ਸ਼ਬਦ ਨੂੰ ਲਿਖਿਆ ਗਿਆ। ਜਿਹਦੇ ਨਾਲ, ਜਿਸ ਸਿਆਹੀ ਦੇ ਨਾਲ ਸਿੱਖਾਂ ਨੇ ਗੁਰੂ ਦਾ ਸ਼ਬਦ ਲਿਖਿਆ। ਕਹਿੰਦੇ ਤਿਲ ਦਾ ਪਰਉਪਕਾਰ ਵੇਖੋ, ਉਹਨੇ ਗੁਰੂ ਦਾ ਸ਼ਬਦ ਲਿਖਾਇਆ ਗੁਰਸਿੱਖਾਂ ਪਾਸੋਂ। ਸੁਣ ਸਿੱਖ ਲਿਖ ਲਿਖਾਏ ਅਲੇਖ ਸੁਣਾਇਆ। ਉਸ ਸਿਆਹੀ ਤੋਂ ਜਿਹੜਾ ਗੁਰੂ ਦਾ ਸ਼ਬਦ ਲਿਖਿਆ ਗਿਆ, ਸੁਣ ਸਿੱਖ ਲਿਖ ਲਿਖਾਏ। ਭਾਈ ਗੁਰਦਾਸ ਜੀ ਕਹਿੰਦੇ ਉਸ ਸ਼ਬਦ ਨੂੰ ਸੁਣ ਕੇ ਜੋ ਸਿੱਖਿਆ ਸੀ, ਉਹਨੂੰ ਗੁਰਮੁਖਾਂ ਨੇ ਹੋਰ ਅੱਗੇ ਕਾਗਜ਼ ਦੇ ਉੱਤੇ ਲਿਖਿਆ। ਅਤੇ ਉਸ ਸਿੱਖਿਆ ਨੂੰ ਲਿਖ ਕੇ, ਉਸ ਸਿੱਖਿਆ 'ਚ ਲਿਖਿਆ ਕਿ ਅਲੇਖ। ਅਲੇਖ ਕਹਿੰਦੇ ਆ ਜਿਹੜਾ ਲੇਖੇ ਤੋਂ ਰਹਿਤ ਵਾਹਿਗੁਰੂ, ਉਹਦੀਆਂ ਸਿਫਤਾਂ ਲਿਖੀਆਂ, ਉਹਦੀਆਂ ਵਡਿਆਈਆਂ ਲਿਖੀਆਂ। ਅਤੇ ਉਹ ਵਡਿਆਈਆਂ ਸਿਫਤਾਂ ਲਿਖੀਆਂ ਜਿਹੜੀਆਂ ਨਾ, ਉਹ ਪੜ੍ਹ ਕੇ ਗੁਰਮੁਖਾਂ ਨੇ ਅੱਗੇ ਸੁਣਾਈਆਂ ਹੋਰਾਂ ਨੂੰ। ਜਿਵੇਂ ਕਿਸੇ ਨੂੰ ਨਹੀਂ ਸੀ ਪੜ੍ਹਨਾ ਆਉਂਦਾ, ਜਿਹੜਾ ਗੁਰਮੁਖ ਪਿਆਰਾ, ਉਹਨੇ ਕਾਗਜ਼ ਦੀ ਹਿੱਕ ਦੇ ਉੱਤੇ ਲਿਖੇ ਗੁਰੂ ਦੇ ਸ਼ਬਦ, ਗੁਰੂ ਦੇ ਅੰਮ੍ਰਿਤ ਬਚਨ ਪੜ੍ਹ ਕੇ ਹੋਰਾਂ ਨੂੰ ਸੁਣਾਏ। ਕਹਿੰਦੇ ਵੇਖੋ ਤਿਲ ਦਾ ਪਰਉਪਕਾਰ, ਤਿਲ ਨੇ ਆਪਣਾ ਆਪ ਕੁਰਬਾਨ ਕਰਕੇ ਕਿੰਨੇ ਪਰਉਪਕਾਰ ਕੀਤੇ ਹੈ। ਗੁਰਮੁਖ ਆਪ ਗਵਾਏ ਸ਼ਬਦ ਕਮਾਇਆ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਹੈ ਨਾ, ਉਹ ਆਪਾ ਭਾਵ ਗਵਾ ਕੇ ਹਉਮੈ ਨੂੰ ਦੂਰ ਕਰਕੇ ਸ਼ਬਦ ਦੀ ਕਮਾਈ ਕਰਦੇ ਹੈ, ਗੁਰੂ ਦੇ ਸ਼ਬਦ ਨੂੰ ਕਮਾਉਂਦੇ ਹੈ। ਗਿਆਨ ਅੰਜਨ ਲਿਵ ਲਾਏ ਸਹਿਜ ਸਮਾਇਆ। ਅੰਜਨ ਕਹਿੰਦੇ ਸੁਰਮੇ ਨੂੰ, ਜੋ ਗੁਰੂ ਦਾ ਬਖਸ਼ਿਆ ਸ਼ਬਦ ਦੇ ਵਿੱਚ ਜੋ ਗਿਆਨ ਸੋਝੀ ਹੈ ਨਾ, ਗਿਆਨ ਰੂਪੀ ਸੁਰਮੇ ਦੇ ਵਿੱਚ ਲਿਵ ਲਾ ਕੇ ਰੱਖਦੇ ਹੈ, ਭਾਵ ਸ਼ਬਦ ਦੇ ਵਿੱਚ ਸੁਰਤ ਜੋੜੀ ਰੱਖਦੇ ਹੈ, ਸ਼ਬਦ ਦੇ ਅਰਥਾਂ ਦੇ ਵਿੱਚ ਧਿਆਨ ਰੱਖਦੇ ਹੈ ਗੁਰਮੁਖ। ਸਹਿਜ ਸਮਾਇਆ। ਅਤੇ ਇਸ ਤਰ੍ਹਾਂ ਗੁਰਮੁਖ ਜਿਹੜੇ ਹੈ ਨਾ, ਸਹਿਜ ਅਵਸਥਾ ਦੇ ਵਿੱਚ ਸਮਾ ਜਾਂਦੇ ਹੈ। ਇਹ ਤਿਲ ਦਾ ਦ੍ਰਿਸ਼ਟਾਂਤ ਸੀ ਵੀ ਤਿਲ ਤੋਂ ਵੀ ਗੁਰਮੁਖ ਸਿੱਖਿਆ ਲੈਂਦੇ ਹੈ। ਤਿਲ ਨੇ ਕੁਰਬਾਨ ਕੀਤਾ। ਪਹਿਲਾਂ ਜਦੋਂ ਤਿਲ ਖੇਤ ਵਿੱਚ ਬੀਜਿਆ ਗਿਆ ਨਾ, ਫਸਲ ਹੋਈ, ਉੱਗਿਆ, ਉਹਨੇ ਵੀ ਧੁੱਪਾਂ ਸਹਾਰੀਆਂ ਨੇ, ਮੌਸਮ ਦੀ ਮਾਰ ਸਹਾਰੀ ਹੈ ਉਸ ਤਿਲ ਦੀ ਫਸਲ ਨੇ। ਫਿਰ ਉਹ ਫਸਲ ਵੱਢੀ ਗਈ, ਉਹਨਾਂ 'ਚੋਂ ਹਿਲਾ ਕੇ ਤਿਲ ਕੱਢੇ ਗਏ। ਤਿਲ ਨਾ ਵੱਢ ਕੇ ਅਤੇ ਪੂਲੇ ਜੇ ਬੰਨ੍ਹ ਲੈਂਦੇ ਸਨ ਪਹਿਲਾਂ, ਅਤੇ ਫਿਰ ਧੁੱਪਾਂ ਦੇ ਵਿੱਚ ਸੁਕਾਉਣਾ ਚੰਗੀ ਤਰ੍ਹਾਂ, ਵੀ ਜਿਹੜੇ ਦਾਣੇ ਆ ਨਾ, ਉਹ ਤਿਲਾਂ ਦੀ ਜਿਹੜੀ ਡੋਡੀ ਹੁੰਦੀ ਹੈ, ਉਹਦੇ 'ਚ ਫਸੇ ਨਾ ਰਹਿ ਜਾਣ। ਉਹਦਾ ਮੂੰਹ ਉੱਤੋਂ ਖੁੱਲ੍ਹ ਜਾਂਦਾ ਡੋਡੀ ਦਾ। ਫਿਰ ਉਹ ਬਣਾਏ ਛੋਟੇ ਛੋਟੇ ਪੂਲੇ, ਉਹਨਾਂ ਨੂੰ ਪੁੱਠੇ ਕਰ ਕਰਕੇ ਨਾ, ਛੋਟੇ ਛੋਟੇ ਡੰਡੇ ਮਾਰ ਕੇ ਜਾਂ ਹੱਥਾਂ ਦੇ ਨਾਲ ਹਿਲਾ ਕੇ ਝਾੜਿਆ ਕਰਦੇ ਸਨ ਤਿਲਾਂ ਨੂੰ। ਅੱਜ ਕੱਲ੍ਹ ਤਾਂ ਇੱਥੇ ਇਲਾਕੇ 'ਚ ਤਿਲਾਂ ਦੀ ਫਸਲ ਹੁੰਦੀ ਨਹੀਂ ਹੈ। ਕਈਆਂ ਇਲਾਕਿਆਂ 'ਚ ਅੱਜ ਵੀ ਤਿਲ ਬੀਜੇ ਜਾਂਦੇ ਔਰ ਫਸਲ ਹੁੰਦੀ ਹੈ। ਫਿਰ ਜਦੋਂ ਸੋਟੀਆਂ ਮਾਰ ਹਿਲਾ ਕੇ ਤਿਲਾਂ ਦੇ ਦਾਣੇ ਕੱਢਣੇ,
ਫਿਰ ਚੰਗੀ ਤਰ੍ਹਾਂ ਸਵਾਰਨੇ ਬਣਾਉਣੇ, ਉਹਨਾਂ ਨੂੰ ਚੰਗੀ ਤਰ੍ਹਾਂ ਤਿਲ ਜਿਹੜੇ ਆ ਉਹ ਵੱਖਰੇ ਕਰਨੇ, ਛਾਣ ਕੇ ਘੁੰਡੀਆਂ ਵੱਖਰੀਆਂ ਹੋ ਜਾਣੀਆਂ, ਉਡਾਉਣੇ। ਫਿਰ ਕਹਾਣੀ ਬਣਾਉਣੀ, ਤਿਆਰ ਕਰਨੇ। ਕੋਹਲੂ ਵਿੱਚ ਉਹ ਕਹਾਣੀ ਪੀੜ ਦਿੱਤੀ ਜਾਂਦੀ ਹੈ, ਖਲ ਵੱਖਰੀ ਅਤੇ ਤੇਲ ਵੱਖਰਾ। ਫਿਰ ਉਸ ਤੇਲ ਦਾ ਬਣਿਆ ਉਹ ਦੀਵੇ 'ਚ ਪਾ ਕੇ ਚਾਨਣ ਦਿੰਦਾ ਹੈ, ਹਨੇਰਾ ਦੂਰ ਕਰਦਾ ਹੈ। ਗੁਰਮੁਖ ਪਿਆਰੇ ਵੀ ਇਸ ਤਰ੍ਹਾਂ ਪਰਉਪਕਾਰ ਕਰਦੇ ਹੈ। ਤਤਿਕਸ਼ਾ ਧੁੱਪਾਂ ਸਹਾਰਦੇ ਹੈ, ਪਰਉਪਕਾਰ ਕਰਦੇ ਹੈ, ਹੋਰਾਂ ਨੂੰ ਚਾਨਣ ਦਿੰਦੇ ਹੈ, ਹਨੇਰਾ ਦੂਰ ਕਰਦੇ ਹੈ। ਜਿਵੇਂ ਸਿਆਹੀ ਬਣ ਕੇ ਰੱਬੀ ਸਿਫਤ ਲਿਖੀ ਹੈ ਉਸ ਤਿਲ ਨੇ, ਗੁਰਮੁਖ ਪਿਆਰੇ ਵੀ ਵਾਹਿਗੁਰੂ ਦੀ ਸਿਫਤ ਸਲਾਹ ਲਿਖਦੇ ਹੈ। ਸਿਫਤ ਸਲਾਹ ਲਿਖੀ ਹੋਈ ਅੱਗੇ ਸੁਣਾਉਂਦੇ ਹੈ। ਸੋ ਤਿਲ ਤੋਂ ਵੀ ਸਿੱਖਿਆ ਗੁਰਮੁਖ ਪਿਆਰੇ ਲੈ ਕੇ ਸਦਾ ਪਰਉਪਕਾਰ ਕਰਦੇ ਹੈ। ਗੁਰਮੁਖ ਪਿਆਰੇ ਜਿਵੇਂ ਤਿਲ ਹਨੇਰਾ ਦੂਰ ਕਰਦਾ ਹੈ, ਗੁਰਮੁਖ ਜਿਹੜੇ ਹੈ ਉਹ ਪਾਪਾਂ ਦੇ ਹਨੇਰੇ ਨੂੰ ਦੂਰ ਕਰਦੇ ਹੈ ਤਿਲ ਛੋਟਾ, ਇਸੇ ਤਰ੍ਹਾਂ ਗੁਰਮੁਖ ਛੋਟੇ ਬਣ ਕੇ ਨਿਮਰਤਾ ਧਾਰ ਕਰਕੇ ਰਹਿੰਦੇ ਹੈ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦਿੰਦੇ ਹੈ, ਔਰ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਨਾ ਲੋਕਾਂ ਦਾ, ਇਹਦੇ ਤੋਂ ਖਲਾਸੀ ਦਵਾ ਦਿੰਦੇ ਹੈ। ਸੋ ਐਸਾ ਜੀਵਨ ਹੁੰਦਾ, ਤਿਲ ਵਾਂਗ ਪਰਉਪਕਾਰ ਕਰਦੇ ਹੈ ਗੁਰਮੁਖ ਪਿਆਰੇ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ ਜੀ। ਗੁਰਮੁਖ ਆਪ ਗਵਾਏ ਸ਼ਬਦ ਕਮਾਇਆ, ਗਿਆਨ ਅੰਜਨ ਲਿਵ ਲਾਏ ਸਹਿਜ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।